ਅਸੀਂ ਦੁਆ ਕਰਾਂਗੇ ਖੁਦਾ ਦੇ ਵਚਨ ਦੇ ਵਾਸਤੇ। ਸਾਡੇ ਭਾਈ ਪ੍ਰੇਮ ਸਿੰਘ ਜੀ ਖੁਦਾ ਦੇ ਵਚਨ ਵਾਸਤੇ ਦੁਆ ਕਰਨ। खुदा बाप तेरा शुक्र करदे पिता परमेश्वर, जो जिंदे परमेश्वर सबदी साडी निगाहवानी कर की संभाल के रखिया खुदावन, जो जिंदे परमेश्वर साडे संत वचन देन जा रहे पिता परमेश्वर, आए खुदावन सब ने सेहत तंदुरुस्ती की बरकत दे, मान भरोसा दे खुदावन, सब बच्चों को सीखण ते सुनने वाला मान दे पिता, और अपने विच बढ़न वास्ते फजल दे खुदावन दा, जेड़ा तेरा वचन सुने, गुलाम सुने, निजात पाए, शिफा पाए, चंगाई सच्चाई को जिंदगी पावे खुदावन। संतान बहुत सारा बड़ा डबल मसाले के इस्तेमाल करना, पर बड़ी अपने राज वास्ते तैयार करना ते बरकत दे, तेरे मिठे नाम तो मंगने ਅਸੀਂ ਖੁਦਾਵੰਦ ਦਾ ਸ਼ੁਕਰ ਕਰਨੇ ਆ ਅੱਜ ਦੇ ਦਿਨ ਵਾਸਤੇ ਜੋ ਖੁਦਾ ਨੇ ਫਿਰ ਸਾਨੂੰ ਸਮਾਂ ਦਿੱਤਾ। ਅਸੀਂ ਖੁਦਾ ਦੇ ਵਚਨ ਨੂੰ ਸੁਣੀਏ ਔਰ ਆਖਰੀ ਸਮੇਂ ਦੇ ਵਿੱਚ ਖੁਦਾ ਦੇ ਵਾਸਤੇ, ਉਹਦੀ ਆਮਦ ਦੇ ਵਾਸਤੇ ਪਵਿੱਤਰ ਹੋਈਏ, ਤਾਂ ਕਿ ਅਸੀਂ ਪ੍ਰਭੂ ਯਿਸੂ ਮਸੀਹ ਦੀ ਆਮਦ ਦੇ ਵਿੱਚ ਤੇ ਪ੍ਰਭੂ ਯਿਸੂ ਮਸੀਹ ਦੇ ਰਾਜ ਦੇ ਵਿੱਚ ਦਾਖਲ ਹੋ ਸਕੇ। ਅਸੀਂ ਖੁਦਾ ਦਾ ਵਚਨ ਜੋ ਸਿੱਖਦੇ ਆ ਰਹੇ ਹਾਂ, ਫਿਰ ਅਸੀਂ ਉਹੀ ਆਇਤ ਪੜਾਂਗੇ, ਦੂਸਰਾ ਕਰੰਥੀਆਂ 7 ਬਾਬ ਉਹਦੀ ਪਹਿਲੀ ਆਇਤ। ਸੋ ਹੇ ਪਿਆਰਿਓ, ਜਦੋਂ ਸਾਨੂੰ ਬਚਨ ਦਿੱਤੇ ਹੋਏ ਨੇ, ਆਓ ਅਸੀਂ ਸਰੀਰ ਅਤੇ ਆਤਮਾ ਦੀ ਸਾਰੀ ਮਲੀਨਤਾਈ ਤੋਂ ਸ਼ੁੱਧ ਹੋ ਕੇ ਪਰਮੇਸ਼ੁਰ ਦੇ ਡਰ ਵਿੱਚ, ਪਵਿੱਤਰਤਾਈ ਵਿੱਚ ਸੰਪੂਰਨ ਹੋਈ। ਅੱਜ ਵੀ ਅਸੀਂ ਖੁਦਾ ਦੇ ਕਲਾਮ ਦੀਆਂ ਚੰਦ ਗੱਲਾਂ ਸਿੱਖਾਂਗੇ। ਕੱਲ੍ਹ ਵੀ ਅਸੀਂ ਖੁਦਾ ਦੇ ਵਚਨ ਵਿੱਚੋਂ ਸਿੱਖਿਆ ਸੀ ਕਿ ਖੁਦਾਵੰਦ ਪਵਿੱਤਰ ਆ, ਇਸ ਲਈ ਖੁਦਾ ਚਾਹੁੰਦਾ ਵਾ ਕਿ ਖੁਦਾ ਦੇ ਲੋਕ ਵੀ ਪਵਿੱਤਰ ਬਣ। ਅਸੀਂ ਪਹਿਲਾ ਕਰੰਥੀਆਂ 6 ਬਾਬ ਉਹਦੀ 15 ਆਇਤ ਤੋਂ ਲੈ ਕੇ 19 ਆਇਤ ਤੱਕ ਖੁਦਾਵੰਦ ਦੇ ਕਲਾਮ ਦੇ ਵਿੱਚੋਂ ਚੰਦ ਗੱਲਾਂ ਅਸੀਂ ਸਿੱਖਣੀਆਂ ਨੇ, ਤਾਂ ਕਿ ਅਸੀਂ ਖੁਦਾਵੰਦ ਦੀ ਮਰਜ਼ੀ ਨੂੰ, ਖੁਦਾ ਦੀ ਇੱਛਾ ਨੂੰ ਪੂਰਾ ਕਰ ਸਕੀਏ। ਖੁਦਾ ਕੀ ਚਾਹੁੰਦਾ, ਖੁਦਾ ਦੀ ਮਰਜ਼ੀ ਕੀ ਹੈ। ਚੰਦ ਗੱਲਾਂ ਖੁਦਾ ਦੇ ਕਲਾਮ ਦੇ ਵਿੱਚ ਲਿਖੀਆਂ ਨੇ, ਜਿਨ੍ਹਾਂ ਦੇ ਬਾਰੇ ਸਾਨੂੰ ਪਵਿੱਤਰ ਹੋਣ ਦੇ ਵਾਸਤੇ ਉਹਨਾਂ ਨੂੰ ਯਾਦ ਰੱਖਣਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਅਸੀਂ ਉਹ ਖੁਦਾ ਦਾ ਵਚਨ ਜਿਹੜਾ ਵਾ ਉਹਨੂੰ ਅਸੀਂ ਯਾਦ ਰੱਖੀਏ। ਅੱਜ ਅਸੀਂ ਗੌਰ ਕਰਨਾ ਕਿ ਤੁਸੀਂ ਜਾਣਦੇ ਹੋ, ਕੀ ਤੁਹਾਨੂੰ ਖੁਦਾ ਦਾ ਇਹ ਵਚਨ ਯਾਦ ਆ। ਚੰਦ ਗੱਲਾਂ ਅਸੀਂ ਬਾਈਬਲ ਦੇ ਵਿੱਚੋਂ ਸਿੱਖਣੀਆਂ ਨੇ। ਪਹਿਲਾ ਕਰੰਥੀਆਂ 6 ਬਾਬ ਉਹਦੀ 15 ਆਇਤ ਵਿੱਚ ਲਿਖਿਆ, ਕੀ ਤੁਸੀਂ ਨਹੀਂ ਜਾਣਦੇ ਤੁਹਾਡੇ ਸਰੀਰ ਜਿਹੜੇ ਨੇ ਪਰਮੇਸ਼ੁਰ ਦੇ ਅੰਗ ਨੇ। ਕੀ ਤੁਸੀਂ ਨਹੀਂ ਜਾਣਦੇ ਤੁਹਾਡੀ ਦੇਹੀ ਪਵਿੱਤਰ ਆਤਮਾ ਦੀ ਹੈਕਲ ਹੈ। ਕੀ ਤੁਸੀਂ ਨਹੀਂ ਜਾਣਦੇ ਇਹ ਹੈਕਲ ਤੁਹਾਨੂੰ ਪਰਮੇਸ਼ੁਰ ਵੱਲੋਂ ਮਿਲੀ ਹੈ। ਕੀ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ੁਰ ਦੀ ਹੈਕਲ ਹੋ। ਕੀ ਤੁਸੀਂ ਨਹੀਂ ਜਾਣਦੇ ਕਿ ਪਰਮੇਸ਼ੁਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਵਾ। ਹੁਣ ਅਸੀਂ ਬਾਈਬਲ ਦੀਆਂ ਚੰਦ ਗੱਲਾਂ ਜੋ ਅਸੀਂ ਪੜ੍ਹੀਆਂ ਨੇ, ਇਹਨਾਂ ਉੱਤੇ ਅਸੀਂ ਗੌਰ ਕਰਨਾ। ਪਹਿਲੀ ਗੱਲ ਲਿਖੀ ਆ, ਕੀ ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਸਰੀਰ ਜਿਹੜੇ ਨੇ ਇਹ ਪਰਮੇਸ਼ੁਰ ਦੇ ਅੰਗ ਹੈ। ਅੱਜ ਵੀ ਤੁਸੀਂ ਯਾਦ ਰੱਖੋ, ਜਦੋਂ ਅਸੀਂ ਪੁਰਾਣੇ ਜੀਵਨ ਦੇ ਵਿੱਚ ਸੀ, ਉਦੋਂ ਇਹ ਸਾਡੇ ਸਰੀਰ ਦੇ ਅੰਗ ਜਿਹੜੇ ਸਨ, ਇਹਨਾਂ ਨੂੰ ਸ਼ੈਤਾਨ ਵੀ ਇਸਤੇਮਾਲ ਕਰਦਾ ਸੀ। ਸਾਡੇ ਮਨ ਦੀਆਂ ਗਲਤ ਸੋਚਾਂ ਵੀ ਇਸਤੇਮਾਲ ਕਰਦੀਆਂ ਸਨ। ਫਿਰ ਇਹਨਾਂ ਨੂੰ ਸਾਡੀ ਅੱਖਾਂ ਦੀ ਬੁਰੀ ਕਾਮਨਾ ਵੀ ਇਸਤੇਮਾਲ ਕਰਦੀ ਸੀ। ਪਰ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਗ੍ਰਹਿਣ ਕੀਤਾ, ਫਿਰ ਇਹ ਸਾਡਾ ਸਰੀਰ ਜਿਹੜਾ ਵਾ, ਇਹ ਸਰੀਰ ਪਰਮੇਸ਼ੁਰ ਦਾ ਹੋ ਗਿਆ, ਇਹ ਅੰਗ ਪਰਮੇਸ਼ੁਰ ਦੇ ਹੋ ਗਏ। ਫਿਰ ਅਸੀਂ ਇਹ ਅੰਗ ਜਿਹੜੇ ਨੇ ਇਹਨਾਂ ਨੂੰ ਪਰਮੇਸ਼ੁਰ ਦੇ ਵਾਸਤੇ ਇਸਤੇਮਾਲ ਕਰਨਾ, ਦੁਆ ਪ੍ਰਾਰਥਨਾ ਦੇ ਵਾਸਤੇ ਇਸਤੇਮਾਲ ਕਰਨਾ, ਖੁਦਾ ਦੇ ਕਲਾਮ ਨੂੰ ਪੜ੍ਹਨ ਵਾਸਤੇ ਇਸਤੇਮਾਲ ਕਰਨਾ। ਇਹਨਾਂ ਅੰਗਾਂ ਦੇ ਨਾਲ ਖੁਦਾ ਦੀ ਵਡਿਆਈ ਕਰਨੀ, ਖੁਦਾ ਦੀ ਸਤੁਤੀ ਕਰਨੀ, ਕਿਉਂਕਿ ਇਹ ਸਰੀਰ ਜਿਹੜਾ ਵਾ ਇਹ ਹੁਣ ਪਰਮੇਸ਼ੁਰ ਦਾ ਹੋ ਚੁੱਕਾ।
ਇਸ ਵਾਸਤੇ ਲਿਖਿਆ ਕਿ ਤੁਸੀਂ ਨਹੀਂ ਜਾਣਦੇ ਤੁਸੀਂ ਤੁਹਾਡੇ ਸਰੀਰ ਜਿਹੜੇ ਨੇ ਇਹ ਮਸੀਹ ਦੇ ਅੰਗ ਹੈ। ਦੂਸਰੀ ਗੱਲ ਲਿਖੀ ਹੈ ਕਿ ਤੁਸੀਂ ਨਹੀਂ ਜਾਣਦੇ ਤੁਹਾਡੀ ਦੇਹੀ ਪਵਿੱਤਰ ਆਤਮਾ ਦੀ ਹੈਕਲ ਹੈ। ਅੱਜ ਵੀ ਤੁਸੀਂ ਯਾਦ ਰੱਖੋ, ਅਸੀਂ ਪਰਮੇਸ਼ਵਰ ਦੀ ਹੈਕਲ ਹਾਂ। ਪਰਮੇਸ਼ਵਰ ਨੇ ਸਾਨੂੰ ਆਪਣੀ ਹੈਕਲ ਬਣਾਇਆ ਕਿਉਂਕਿ ਪਰਮੇਸ਼ਵਰ ਚਾਹੁੰਦਾ ਕਿ ਉਹ ਆਪਣੇ ਆਤਮਾ ਦੇ ਦੁਆਰਾ, ਆਪਣੇ ਆਤਮਾ ਦੇ ਵਸੀਲੇ ਦੇ ਨਾਲ ਉਹ ਤੁਹਾਡੇ ਵਿੱਚ ਵਾਸ ਕਰੇ, ਉਹ ਤੁਹਾਡੇ ਵਿੱਚ ਰਵੇ ਔਰ ਉਹ ਤੁਹਾਡੇ ਵਿੱਚ ਆਪਣੀ ਹੈਕਲ ਬਣਾਵੇ। ਇਸ ਲਈ ਹਰ ਇਨਸਾਨ ਨੇ ਇਸ ਗੱਲ ਨੂੰ ਜਾਣਨਾ ਵਾ। ਇਸ ਵਾਸਤੇ ਖੁਦਾ ਦੇ ਕਲਾਮ 'ਚ ਲਿਖਿਆ ਕਿ ਤੁਸੀਂ ਜਾਣਦੇ ਨਹੀਂ, ਕਿਉਂਕਿ ਸਾਨੂੰ ਇਸ ਚੀਜ਼ ਨੂੰ ਜਾਣਨਾ ਜਿਹੜਾ ਵਾ ਇਹ ਬਹੁਤ ਜ਼ਰੂਰੀ ਆ ਕਿ ਅਸੀਂ ਪਵਿੱਤਰ ਆਤਮਾ ਦੀ ਹੈਕਲ ਆ। ਤੁਹਾਡੀ ਦੇਹੀ ਜਿਹੜੀ ਆ ਇਹ ਪਵਿੱਤਰ ਆਤਮਾ ਦੀ ਹੈਕਲ ਆ। ਇਹ ਸਾਡਾ ਸਰੀਰ ਜਿਹੜਾ ਵਾ ਇਹ ਪਵਿੱਤਰ ਆਤਮਾ ਦੀ ਹੈਕਲ ਹੈ। ਔਰ ਜਦੋਂ ਹੈਕਲ ਇਹਦੇ ਵਿੱਚ ਖੁਦਾ ਨੇ ਬਣਾ ਲਈ ਆ, ਖੁਦਾ ਇਹਦੇ ਵਿੱਚ ਵਾਸ ਕਰਦਾ, ਫਿਰ ਅਸੀਂ ਦੇਖਣਾ ਕਿ ਇਸ ਹੈਕਲ ਨੂੰ ਅਸੀਂ ਕਿਵੇਂ ਪਾਕ ਰੱਖਣਾ, ਕਿਵੇਂ ਪਵਿੱਤਰ ਰੱਖਣਾ, ਤਾਂ ਕਿ ਪਰਮੇਸ਼ਵਰ ਇਹਦੇ ਵਿੱਚ ਵਾਸ ਕਰੇ। ਕੀ ਤੁਸੀਂ ਜਾਣਦੇ ਨਹੀਂ ਤੁਹਾਡੀ ਦੇਹੀ ਪਵਿੱਤਰ ਆਤਮਾ ਦੀ ਹੈਕਲ ਹੈ? ਕੀ ਤੁਸੀਂ ਜਾਣਦੇ ਹੋ ਜਾਂ ਤੁਸੀਂ ਨਹੀਂ ਜਾਣਦੇ? ਅਗਰ ਨਹੀਂ ਜਾਣਦੇ ਤੇ ਤੁਸੀਂ ਇਸ ਚੀਜ਼ ਨੂੰ ਜਾਣਨਾ ਵਾ ਕਿ ਅਸੀਂ ਇਸ ਦੇਹੀ ਦੇ ਨਾਲ ਗੁਨਾਹ ਨਹੀਂ ਕਰਨਾ, ਪਾਪ ਨਹੀਂ ਕਰਨਾ, ਆਪਣੇ ਆਪ ਨੂੰ ਬਚਾ ਕੇ ਰੱਖਣਾ ਵਾ, ਕਿਉਂਕਿ ਇਹ ਸਾਡਾ ਸਰੀਰ ਵੀ ਪਰਮੇਸ਼ਵਰ ਦੇ ਅੰਗ ਨੇ ਔਰ ਇਹ ਸਾਡੀ ਦੇਹੀ ਵੀ ਪਵਿੱਤਰ ਆਤਮਾ ਦੀ ਹੈਕਲ ਆ। ਖੁਦਾ ਦਾ ਆਤਮਾ ਜਿਹੜਾ ਵਾ ਇਹਦੇ ਵਿੱਚ ਆਉਂਦਾ। ਇਹ ਜਦੋਂ ਪਵਿੱਤਰ ਆਤਮਾ ਇਨਸਾਨ ਦੇ ਵਿੱਚ ਆਉਂਦਾ ਤੇ ਇਨਸਾਨ ਨੂੰ ਪਵਿੱਤਰ ਕਰਦਾ, ਇਨਸਾਨ ਨੂੰ ਪਾਕ ਕਰਦਾ। ਕੱਲ ਅਸੀਂ ਖੁਦਾ ਦਾ ਕਲਾਮ ਸਿੱਖਿਆ ਸੀ, ਅਸੀਂ ਯਿਸੂ ਮਸੀਹ ਦੇ ਨਾਮ ਦੇ ਨਾਲ ਧੋਤੇ ਗਏ, ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਨਾਲ ਪਵਿੱਤਰ ਹੋਏ। ਪਹਿਲਾ ਕਰੰਥੀਆਂ 6 ਬਾਬ ਉਹਦੀ 11 ਆਇਤ ਵਿੱਚ ਲਿਖਿਆ, ਉਸ ਦੇ ਆਤਮਾ ਤੋਂ ਅਸੀਂ ਧੋਤੇ ਗਏ ਕਿ ਜਦੋਂ ਖੁਦਾ ਦਾ ਆਤਮਾ ਸਾਡੇ ਵਿੱਚ ਆਉਂਦਾ ਉਹ ਫਿਰ ਸਾਨੂੰ ਧੋ ਕੇ ਤੇ ਸਾਫ਼ ਕਰਦਾ, ਸਾਡੀ ਸਾਰੀ ਮੈਲ ਨੂੰ, ਸਾਰੀ ਮਲੀਨਤਾਈ ਨੂੰ, ਹਰ ਤਰ੍ਹਾਂ ਦੀ ਜ਼ਿੰਦਗੀ ਦੇ ਵਿੱਚ ਗੁਨਾਹਾਂ ਨੂੰ ਉਹ ਪਾਕ ਰੂਹ ਆਣ ਕੇ ਦੂਰ ਕਰਦਾ, ਉਹ ਧੋ ਦਿੰਦਾ, ਉਹ ਸਾਨੂੰ ਸਾਫ਼ ਕਰ ਦਿੰਦਾ। ਪਾਕ ਰੂਹ ਜਦੋਂ ਸਾਡੇ ਅੰਦਰ ਆਂਦਾ ਤੇ ਫਿਰ ਲਿਖਿਆ ਕਿ ਅਸੀਂ ਉਹਦੇ ਆਤਮਾ ਦੇ ਨਾਲ ਧੋਤੇ ਗਏ। ਦੂਸਰੀ ਗੱਲ ਲਿਖੀ ਆ ਕਿ ਅਸੀਂ ਉਹਦੇ ਆਤਮਾ ਦੇ ਨਾਲ ਪਵਿੱਤਰ ਹੋਏ। ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਕੋਲ ਆਨੇ, ਆਪਣੇ ਮੂੰਹ ਤੋਂ ਆਪਣੇ ਗੁਨਾਹਾਂ ਦਾ ਇਕਰਾਰ ਕਰਨੇ, ਉਸ ਵਕਤ ਸਾਡੇ ਜਿੰਨੇ ਵੀ ਗੁਨਾਹ ਨੇ ਇਹ ਸਾਰੇ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਵਸੀਲੇ ਦੇ ਨਾਲ ਧੋਤੇ ਜਾਂਦੇ ਨੇ, ਮਾਫ ਹੋ ਜਾਂਦੇ ਨੇ, ਸਾਫ਼ ਹੋ ਜਾਂਦੇ ਨੇ। ਫਿਰ ਅਸੀਂ ਰੱਬ ਦੀ ਹੈਕਲ ਬਣ ਜਾਂਦੇ ਹਾਂ। ਅਗਰ ਜਦੋਂ ਸਾਡੇ ਆਤਮਾ ਦੇ ਦੁਆਰਾ ਅਸੀਂ ਧੋਤੇ ਜਾਂਦੇ ਹਾਂ ਜਾਂ ਅਸੀਂ ਪਵਿੱਤਰ ਕੀਤੇ ਜਾਂਦੇ ਹਾਂ ਉਹਦੇ ਆਤਮਾ ਦੇ ਨਾਲ, ਤੇ ਫਿਰ ਅਸੀਂ ਪਵਿੱਤਰਤਾਈ ਦੇ ਵਿੱਚ ਰਹਿਣਾ ਤੇ ਦੁਬਾਰਾ ਨਾਪਾਕੀ ਦੇ ਵਿੱਚ ਨਹੀਂ ਜਾਣਾ, ਦੁਬਾਰਾ ਗੁਨਾਹ ਨਹੀਂ ਕਰਨਾ, ਕਿਉਂਕਿ ਖੁਦਾ ਨੇ ਸਾਨੂੰ ਪਵਿੱਤਰ ਕਰ ਦਿੱਤਾ ਵਾ। ਅਗਰ ਅਸੀਂ ਦੁਬਾਰਾ ਫਿਰ ਪਿਛਲੀ ਜ਼ਿੰਦਗੀ ਦੇ ਵਿੱਚ ਜਾਵਾਂਗੇ ਤੇ ਫਿਰ ਅਸੀਂ ਭ੍ਰਿਸ਼ਟ ਹੁੰਦੇ ਹਾਂ। ਅਗਰ ਅਸੀਂ ਖੁਦਾ ਦੇ ਵਿੱਚ ਕਾਇਮ ਰਹੀਏ ਤੇ ਖੁਦਾ ਸਾਨੂੰ ਪਵਿੱਤਰ ਹੀ ਰੱਖੇਗਾ, ਕਿਉਂਕਿ ਉਹਨੇ ਸਾਨੂੰ ਪਵਿੱਤਰ ਕੀਤਾ ਵਾ। ਉਹਨੇ ਆਪਣੀ ਆਤਮਾ ਦੇ ਨਾਲ ਸਾਨੂੰ ਧੋ ਦਿੱਤਾ ਵਾ, ਉਹਨੇ ਆਪਣੀ ਆਤਮਾ ਦੇ ਨਾਲ ਸਾਨੂੰ ਸਾਫ਼ ਕਰ ਦਿੱਤਾ ਵਾ। ਇਹ ਜਦੋਂ ਪਵਿੱਤਰ ਆਤਮਾ ਇਨਸਾਨ ਦੇ ਵਿੱਚ ਆਂਦਾ, ਸਿਰਫ ਇਹ ਨਹੀਂ ਆ ਕਿ ਪਵਿੱਤਰ ਆਤਮਾ ਪਰਾਈ ਭਾਖਿਆ ਹੀ ਬੋਲਦਾ ਵਾ, ਪਵਿੱਤਰ ਆਤਮਾ ਸਾਨੂੰ ਸਾਫ਼ ਵੀ ਕਰਦਾ ਵਾ, ਪਵਿੱਤਰ ਆਤਮਾ ਸਾਨੂੰ ਸ਼ੁੱਧ ਵੀ ਕਰਦਾ। ਪਹਿਲਾ ਕਰੰਥੀਆਂ 6 ਬਾਬ ਉਹਦੀ 11 ਆਇਤ ਵਿੱਚ ਲਿਖਿਆ, ਉਸ ਦੇ ਆਤਮਾ ਤੋਂ ਅਸੀਂ ਧੋਤੇ ਗਏ। ਫਿਰ ਲਿਖਿਆ ਕਿ ਉਹਦੇ ਆਤਮਾ ਤੋਂ ਅਸੀਂ ਪਵਿੱਤਰ ਕੀਤੇ ਗਏ, ਕਿ ਖੁਦਾ ਨੇ ਆਪਣੀ ਆਤਮਾ ਦੇ ਨਾਲ ਸਾਨੂੰ ਪਵਿੱਤਰ ਕੀਤਾ। ਇਸ ਵਾਸਤੇ ਲਿਖਿਆ ਕਿ ਤੁਸੀਂ ਜਾਣਦੇ ਨਹੀਂ ਤੁਹਾਡੇ ਸਰੀਰ ਮਸੀਹ ਦੇ ਅੰਗ ਨੇ। ਅੱਗੇ ਤੁਸੀਂ ਇਹਨੂੰ ਆਪ ਪੜ੍ਹ ਕੇ ਸਮਝ ਸਕਦੇ ਹੋ ਇਹਦੇ ਵਿੱਚ ਕੀ ਲਿਖਿਆ। ਇਹ ਕਲਾਮ ਨੂੰ ਤੁਸੀਂ ਵਚਨ ਨੂੰ ਬਾਅਦ 'ਚ ਵੀ ਪੜ੍ਹ ਸਕਦੇ ਹੋ। ਪਹਿਲਾ ਕਰੰਥੀਆਂ 6 ਬਾਬ ਉਹਦੀ 15 ਆਇਤ ਤੋਂ ਲੈ ਕੇ 19 ਆਇਤ ਤੱਕ ਤੁਸੀਂ ਪੜ੍ਹ ਕੇ ਖੁਦਾ ਦੇ ਕਲਾਮ ਨੂੰ ਸਮਝ ਸਕਦੇ ਹੋ। ਕੀ ਤੁਸੀਂ ਜਾਣਦੇ ਨਹੀਂ ਤੁਹਾਡੇ ਸਰੀਰ ਮਸੀਹ ਦੇ ਅੰਗ ਨੇ? ਕੀ ਤੁਸੀਂ ਜਾਣਦੇ ਨਹੀਂ ਤੁਹਾਡੀ ਦੇਹੀ ਪਵਿੱਤਰ ਆਤਮਾ ਦੀ ਹੈਕਲ ਆ? ਕੀ ਤੁਸੀਂ ਇਹ ਜਾਣਦੇ ਨਹੀਂ ਇਹ ਹੈਕਲ ਜਿਹੜੀ ਆ ਤੁਹਾਨੂੰ ਪਰਮੇਸ਼ਰ ਵੱਲੋਂ ਮਿਲੀ ਆ? ਤੀਸਰੀ ਗੱਲ ਲਿਖੀ ਆ
ਇਹ ਹੈਕਲ ਜਿਹੜੀ ਆ ਸਾਨੂੰ ਪਰਮੇਸ਼ਰ ਵੱਲੋਂ ਮਿਲੀ ਹੈ। ਇਹ ਹੈਕਲ ਸਾਨੂੰ ਪਰਮੇਸ਼ਰ ਨੇ ਦਿੱਤੀ ਹੈ। ਕੋਈ ਵੀ ਇਨਸਾਨ ਲੱਖ ਭਗਤੀ ਕਰਕੇ ਕਿੰਨੀ ਵੀ ਭਗਤੀ ਕਰੇ ਫਿਰ ਵੀ ਉਹ ਆਪਣੇ ਅੰਦਰ ਪਰਮੇਸ਼ਰ ਦੀ ਹੈਕਲ ਨਹੀਂ ਬਣਾ ਸਕਦਾ। ਇਹ ਹੈਕਲ ਸਾਨੂੰ ਪਰਮੇਸ਼ਰ ਵੱਲੋਂ ਮਿਲਦੀ ਹੈ, ਕਿਉਂਕਿ ਭਗਤੀ ਕਰਨ ਨਾਲ ਨਹੀਂ, ਯਿਸੂ ਮਸੀਹ ਦੇ ਲਹੂ ਦੇ ਨਾਲ ਸਾਡੇ ਗੁਨਾਹ ਮਾਫ ਹੁੰਦੇ ਨੇ। ਇਹ ਸਾਡੀ ਭਗਤੀ ਨਾਲ ਨਹੀਂ। ਜਦੋਂ ਖੁਦਾ ਸਾਡੇ ਉੱਤੇ ਆਪਣੀ ਕਿਰਪਾ ਕਰਕੇ ਆਪਣਾ ਰਹਿਮ ਤੇ ਫਜ਼ਲ ਕਰਦਾ, ਜੇ ਲੱਖਾਂ ਹੀ ਦੁਨੀਆ ਭਗਤੀ ਕਰ ਰਹੀ ਹੈ, ਜੰਗਲਾਂ ਦੇ ਵਿੱਚ ਜਾ ਕੇ ਜਪ ਤਪ ਕਰ ਰਹੇ ਨੇ, ਦੁਨੀਆ ਤੋਂ ਓਲੇ ਵਿੱਚ ਜਾ ਕੇ ਜਪ ਤਪ ਕਰ ਰਹੇ ਨੇ, ਪਰ ਉਹਦੇ ਨਾਲ ਇਨਸਾਨ ਦੇ ਅੰਦਰ ਪਵਿੱਤਰ ਆਤਮਾ ਦੀ ਹੈਕਲ ਨਹੀਂ ਬਣਦੀ। ਇਹ ਪਵਿੱਤਰ ਆਤਮਾ ਦੀ ਹੈਕਲ ਜਿਹੜੀ ਆ ਇਹ ਸਾਨੂੰ ਪਰਮੇਸ਼ਰ ਵੱਲੋਂ ਮਿਲਦੀ ਹੈ। ਇਸੇ ਲਈ ਖੁਦਾ ਨੇ ਸਾਨੂੰ ਆਪਣਾ ਆਤਮਾ ਦਿੱਤਾ ਵਾ ਕਿ ਅਸੀਂ ਉਹਦੇ ਆਤਮਾ ਨਾਲ ਧੋਤੇ ਗਏ, ਉਹਦੇ ਆਤਮਾ ਦੇ ਨਾਲ ਪਵਿੱਤਰ ਕੀਤੇ ਗਏ। ਇਹ ਹੈਕਲ ਸਾਨੂੰ ਪਰਮੇਸ਼ਰ ਦੀ ਵੱਲੋਂ ਮਿਲੀ ਹੈ। ਇਹ ਹੈਕਲ ਸਾਨੂੰ ਪਰਮੇਸ਼ਰ ਨੇ ਦਿੱਤੀ ਹੈ। ਪਰਮੇਸ਼ਰ ਨੇ ਸਾਨੂੰ ਆਪਣੀ ਹੈਕਲ ਬਣਾਇਆ। ਪਹਿਲਾ ਕਰੰਥੀਆਂ 3 ਬਾਬ ਉਹਦੀ 16 ਤੇ 17 ਹੈ ਜਦੋਂ ਅਸੀਂ ਪੜ੍ਹਦੇ ਹਾਂ, ਉਹਦੇ ਵਿੱਚ ਲਿਖਿਆ ਕਿ ਤੁਸੀਂ ਪਰਮੇਸ਼ਰ ਦੀ ਹੈਕਲ ਹੈ। ਕੀ ਤੁਸੀਂ ਜਾਣਦੇ ਨਹੀਂ ਆ ਕਿ ਅਸੀਂ ਪਰਮੇਸ਼ਰ ਦੀ ਹੈਕਲ ਹੈ? ਜਦੋਂ ਅਸੀਂ ਗੁਨਾਹ ਕਰਦੇ ਹਾਂ ਕੀ ਅਸੀਂ ਜਾਣਦੇ ਨਹੀਂ ਕਿ ਅਸੀਂ ਪਰਮੇਸ਼ਰ ਦੀ ਹੈਕਲ ਹਾਂ? ਜਦੋਂ ਸਾਡੇ ਕੋਲੋਂ ਗਲਤੀ ਹੁੰਦੀ ਆ ਕੀ ਅਸੀਂ ਜਾਣਦੇ ਨਹੀਂ ਕਿ ਅਸੀਂ ਪਰਮੇਸ਼ਰ ਦੀ ਹੈਕਲ ਹਾਂ? ਜਦੋਂ ਅਸੀਂ ਕਿਸੇ ਸੇਵਾਦਾਰ ਨੂੰ ਜਾਂ ਕਿਸੇ ਨੂੰ ਬੁਰਾ ਲਫ਼ਜ਼ ਬੋਲਦੇ ਹਾਂ ਕੀ ਅਸੀਂ ਜਾਣਦੇ ਨਹੀਂ ਆ ਕਿ ਅਸੀਂ ਪਰਮੇਸ਼ਰ ਦੀ ਹੈਕਲ ਹਾਂ? ਜੇ ਅਸੀਂ ਪਰਮੇਸ਼ਰ ਦੀ ਹੈਕਲ ਹਾਂ ਤੇ ਫਿਰ ਅਸੀਂ ਇਸ ਗੱਲ ਨੂੰ ਹਮੇਸ਼ਾ ਹੀ ਯਾਦ ਰੱਖਣਾ ਵਾ ਕਿ ਅਸੀਂ ਗੁਨਾਹ ਨਹੀਂ ਕਰਨਾ, ਆਪਣੇ ਆਪ ਨੂੰ ਗੁਨਾਹ ਤੋਂ ਬਚਾ ਕੇ ਰੱਖਣਾ, ਆਪਣੇ ਆਪ ਨੂੰ ਗੁਨਾਹ ਤੋਂ ਬਚਾ ਕੇ ਰੱਖਣਾ, ਇਹਦੇ ਤੋਂ ਅਸੀਂ ਬਚੇ ਰਹਿਣਾ ਵਾ। ਔਰ ਗੁਨਾਹ ਤੋਂ ਬਚਾ ਕੇ ਰੱਖਣਾ ਅਸੀਂ ਇਹ ਸਮਝਣਾ ਵਾ, ਜਿੱਦਾਂ ਅਸੀਂ ਖੁਦਾ ਦਾ ਵਚਨ ਪੜ੍ਹਿਆ ਕਿ ਖੁਦਾ ਦੇ ਡਰ ਵਿੱਚ ਰਹਿ ਕੇ ਤੇ ਪਵਿੱਤਰ ਬਣੀਏ। ਜਦੋਂ ਸਾਡੇ ਅੰਦਰ ਖੁਦਾ ਦਾ ਡਰ ਹੋਵੇਗਾ ਤੇ ਅਸੀਂ ਗੁਨਾਹ ਨਹੀਂ ਕਰਾਂਗੇ, ਕਿਉਂਕਿ ਸਾਨੂੰ ਗੁਨਾਹ ਕਰਨ ਤੋਂ ਡਰ ਲੱਗੇਗਾ। ਜਦੋਂ ਸਾਨੂੰ ਯਾਦ ਹੋਵੇਗਾ ਕਿ ਅਸੀਂ ਉਹਦੇ ਆਤਮਾ ਤੋਂ ਧੋਤੇ ਗਏ ਆ, ਹੁਣ ਅਸੀਂ ਕਿਉਂ ਆਪਣੇ ਆਪ ਨੂੰ ਨਾਪਾਕ ਕਰ ਰਹੇ ਹਾਂ, ਕਿਉਂ ਅਸੀਂ ਅੱਖਾਂ ਦੀਆਂ ਬਲਾਸ਼ਾ ਦੇ ਆਖੇ ਲੱਗ ਰਹੇ ਹਾਂ, ਕਿਉਂ ਅਸੀਂ ਅੱਖਾਂ ਦੀਆਂ ਕਾਮਨਾ ਦੇ ਅੰਦਰ ਗੁਨਾਹ ਕਰ ਰਹੇ ਹਾਂ, ਕਿਉਂ ਮਨ ਦੇ ਬੁਰੇ ਵਿਚਾਰਾਂ ਦੇ ਨਾਲ ਅਸੀਂ ਗੁਨਾਹ ਕਰ ਰਹੇ ਹਾਂ, ਇਹ ਕਿਉਂ ਅਸੀਂ ਐਸੇ ਕਰਮ ਕਰ ਰਹੇ ਹਾਂ? ਕਿਉਂਕਿ ਅਸੀਂ ਉਹਦੇ ਆਤਮਾ ਦੇ ਨਾਲ ਧੋਤੇ ਗਏ ਹਾਂ। ਇਸ ਖੁਦਾ ਦੇ ਕਲਾਮ ਨੂੰ ਯਾਦ ਰੱਖਣਾ, ਅਸੀਂ ਖੁਦਾ ਦੇ ਕਲਾਮ ਨੂੰ, ਕਿ ਅਸੀਂ ਖੁਦਾ ਦੇ ਆਤਮਾ ਦੇ ਨਾਲ ਸਾਫ਼ ਹੋ ਚੁੱਕੇ ਹਾਂ। ਹੁਣ ਸਾਡੇ ਅੰਗ ਜਿਹੜੇ ਨੇ ਇਹ ਬੁਰੇ ਕੰਮਾਂ ਦੇ ਵਾਸਤੇ ਨਹੀਂ ਹੈ। ਇਹ ਸਾਡੇ ਅੰਗ ਜਿਹੜੇ ਨੇ ਇਹ ਹੁਣ ਪਰਮੇਸ਼ਰ ਦੇ ਅੰਗ ਬਣ ਚੁੱਕੇ ਨੇ। ਪਹਿਲਾਂ ਸਾਡੇ ਉੱਤੇ ਗੁਨਾਹ ਰਾਜ ਕਰਦਾ ਸੀ, ਗੁਨਾਹ ਦੇ ਵਸੀਲੇ ਨਾਲ ਸ਼ੈਤਾਨ ਸਾਡੇ ਉੱਤੇ ਰਾਜ ਕਰਦਾ ਸੀ, ਪਰ ਅੱਜ ਖੁਦਾ ਨੇ ਸਾਨੂੰ ਗੁਨਾਹ ਤੇ ਸ਼ੈਤਾਨ ਤੋਂ ਆਜ਼ਾਦ ਕਰ ਦਿੱਤਾ। ਇਸ ਵਾਸਤੇ ਕੀ ਤੁਸੀਂ ਜਾਣਦੇ ਨਹੀਂ ਕਿ ਤੁਹਾਡੇ ਅੰਗ ਜਿਹੜੇ ਨੇ ਇਹ ਪਰਮੇਸ਼ਰ ਦੇ ਅੰਗ ਨੇ? ਕੀ ਤੁਸੀਂ ਜਾਣਦੇ ਨਹੀਂ ਤੁਹਾਡੀ ਦੇਹ ਜਿਹੜੀ ਹੈ ਇਹ ਪਵਿੱਤਰ ਆਤਮਾ ਦੀ ਹੈਕਲ ਹੈ? ਕੀ ਤੁਸੀਂ ਜਾਣਦੇ ਨਹੀਂ ਇਹ ਹੈਕਲ ਸਾਨੂੰ ਪਰਮੇਸ਼ਰ ਵੱਲੋਂ ਮਿਲੀ ਹੈ? ਕੀ ਤੁਸੀਂ ਜਾਣਦੇ ਨਹੀਂ ਕਿ ਤੁਸੀਂ ਪਰਮੇਸ਼ਰ ਦੀ ਹੈਕਲ ਹੋ? ਅੱਜ ਇਸ ਗੱਲ ਨੂੰ ਇਹ ਹਮੇਸ਼ਾ ਅਸੀਂ ਯਾਦ ਰੱਖਣਾ ਕਿ ਅਸੀਂ ਖੁਦਾ ਦੀ ਹੈਕਲ ਹਾਂ। ਇਹ ਸਾਨੂੰ ਪਰਮੇਸ਼ਰ ਵੱਲੋਂ ਮਿਲੀ ਹੈ। ਅਸੀਂ ਪ੍ਰਭੂ ਯਿਸੂ ਦੇ ਆਤਮਾ ਦੇ ਨਾਲ ਧੋਤੇ ਗਏ ਹਾਂ। ਪ੍ਰਭੂ ਯਿਸੂ ਮਸੀਹ ਦੇ ਆਤਮਾ ਨੇ ਸਾਨੂੰ ਸਾਫ਼ ਕੀਤਾ ਵਾ, ਉਹ ਪਵਿੱਤਰ ਕੀਤੇ ਗਏ ਨੇ। ਖੁਦਾ ਦੇ ਆਤਮਾ ਨੇ ਸਾਨੂੰ ਪਵਿੱਤਰ ਕੀਤਾ ਔਰ ਅਸੀਂ ਪਰਮੇਸ਼ਰ ਦੀ ਹੈਕਲ ਹਾਂ। ਪਰ ਅਸੀਂ ਇਹ ਵੀ ਯਾਦ ਰੱਖਣਾ ਕਿ ਇਹ ਵੀ ਲਿਖਿਆ ਕਿ ਪੰਜਵੀਂ ਗੱਲ ਲਿਖੀ ਆ ਕਿ ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਵਾ। ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਰਹਿੰਦਾ ਵਾ। ਅਗਰ ਅਸੀਂ ਆਤਮਾ ਪਾ ਕੇ ਗੁਨਾਹ ਕਰਨੇ ਤੇ ਫਿਰ ਖੁਦਾ ਸਾਡੇ ਵਿੱਚ ਨਹੀਂ ਰਹੇਗਾ, ਖੁਦਾ ਸਾਡੇ ਤੋਂ ਅਲੱਗ ਹੋ ਜਾਏਗਾ। ਦਾਊਦ ਨੇ ਵੀ ਦੁਆ ਕਰਕੇ ਕਿਹਾ ਸੀ, ਇਹ ਖੁਦਾ ਮੇਰੇ ਕੋਲੋਂ ਆਪਣਾ ਆਤਮਾ ਜਿਹੜਾ ਵਾ ਇਹ ਤੂੰ ਵਾਪਸ ਨਾ ਲੈ। ਪਰਮੇਸ਼ਰ ਸਾਡੇ ਵਿੱਚ ਵਾਸ ਕਰਦਾ ਵਾ, ਇਸੇ ਲਈ ਉਹਨੇ ਸਾਨੂੰ ਆਪਣੀ ਹੈਕਲ ਬਣਾਇਆ। ਪਰਮੇਸ਼ਰ ਚਾਹੁੰਦਾ ਕਿ ਉਹ ਸਾਡੇ ਨਾਲ ਵਾਸ ਕਰੇ, ਉਹ ਸਾਡੇ ਮਨ ਵਿੱਚ ਰਵੇ। ਪਵਿੱਤਰ ਆਤਮਾ ਦੇ ਵਸੀਲੇ ਨਾਲ, ਪਵਿੱਤਰ ਆਤਮਾ ਦੇ ਦੁਆਰਾ ਪਰਮੇਸ਼ਰ ਸਾਡੇ ਵਿੱਚ ਵਸਦਾ ਵਾ। ਔਰ 6ਵੀਂ ਗੱਲ ਲਿਖੀ ਹੈ, ਜੇ ਕੋਈ ਪਰਮੇਸ਼ਰ ਦਾ ਹੈਕਲ ਦਾ ਨਾਸ਼ ਕਰੇਗਾ ਤੇ ਪਰਮੇਸ਼ਰ ਉਹਦਾ ਨਾਸ਼ ਕਰੇਗਾ। ਅੱਜ ਵੀ ਇਹ ਤੁਸੀਂ ਯਾਦ ਰੱਖੋ, ਇੱਕ ਗੁਨੇਗਾਰ ਗੁਨਾਹ ਕਰੇ ਉਹਦੀ ਸਜ਼ਾ ਹੋ ਰਿਹਾ, ਇੱਕ ਧਰਮੀ ਗੁਨਾਹ ਕਰੇ ਉਹਦੀ ਸਜ਼ਾ ਹੋ ਰਹੀ। ਇੱਕ ਸ਼ਰਾਬੀ ਆਦਮੀ ਦਿਹਾੜੀ 'ਚ 3 ਵਾਰ ਵੀ ਸ਼ਰਾਬ ਪੀਵੇ ਉਹ ਨਾਪਾਕ ਨਹੀਂ ਹੁੰਦਾ। ਇੱਕ ਦੁਬਕਾ ਵੀ ਇਨਸਾਨ ਇਮਾਨਦਾਰ
ਆਪਣੀ ਜ਼ਬਾਨ ਨੂੰ ਲਾਵੇ ਤੇ ਉਹ ਨਾਪਾਕ ਹੁੰਦਾ। ਕੋਈ ਲੱਖ ਗੁਨਾਹ ਕਰੇ ਉਹ ਪਹਿਲਾਂ ਹੀ ਨਾਪਾਕ ਹੁੰਦਾ, ਉਹ ਨਾਪਾਕ ਨਹੀਂ ਹੁੰਦਾ। ਪਰ ਰੱਬ ਦਾ ਬੰਦਾ ਛੋਟਾ ਜਿਹਾ ਵੀ ਗੁਨਾਹ ਕਰੇ ਤੇ ਨਾਪਾਕ ਹੁੰਦਾ। ਕੋਈ ਲੱਖ ਗੁਨਾਹ ਕਰੇ ਉਹ ਨਾਪਾਕ ਨਹੀਂ ਹੁੰਦਾ। ਪਰ ਇੱਕ ਰੱਬ ਦੀ ਭਗਤੀ ਕਰਨ ਵਾਲਾ ਇਨਸਾਨ ਬੁਰੀ ਨਿਗਾਹ ਨਾਲ ਵੀ ਦੇਖੇ ਤੇ ਗੁਨਾਹ ਹੁੰਦਾ। ਇੱਕ ਗੁਨੇਗਾਰ ਇਨਸਾਨ ਲੱਖ ਗੁਨਾਹ ਕਰੇ, ਪਰ ਇੱਕ ਧਰਮੀ ਇਨਸਾਨ ਮਨਮਤੀਆ ਹੋ ਕੇ ਮਨ ਦੀ ਮਰਜ਼ੀ ਨੂੰ ਪੂਰਾ ਕਰੇ ਤੇ ਉਹ ਗੁਨਾਹ ਕਰਦਾ ਤੇ ਖੁਦਾ ਆਪਣੇ ਲੋਕਾਂ ਦੇ ਨਾਲ ਨਾਰਾਜ਼ ਹੁੰਦਾ ਵਾ। ਜਦੋਂ ਅਸੀਂ ਪਾਕ ਰੂਹ ਪਾ ਕੇ ਆਪਣਾ ਜੀਵਨ ਖੁਦਾ ਨੂੰ ਦੇਖ ਕੇ ਗੁਨਾਹ ਕਰਦੇ ਹਾਂ ਤੇ ਖੁਦਾ ਖੁਸ਼ ਨਹੀਂ ਹੁੰਦਾ। ਇਸ ਵਾਸਤੇ ਤੁਸੀਂ ਯਾਦ ਰੱਖਣਾ ਕਿ ਖੁਦਾ ਸਾਡੇ ਵਿੱਚ ਵਾਸ ਕਰਦਾ ਵਾ। ਉਹ ਪ੍ਰਭੂ ਯਿਸੂ ਮਸੀਹ ਸਾਡੇ ਵਿੱਚ ਰਹਿੰਦਾ ਵਾ, ਉਹ ਸਾਡੇ ਵਿੱਚ ਵਾਸ ਕਰਦਾ। ਲਿਖਿਆ ਜੇ ਕੋਈ ਪਰਮੇਸ਼ਰ ਦੀ ਹੈਕਲ ਦਾ ਨਾਸ਼ ਕਰੇਗਾ, ਪਰਮੇਸ਼ਰ ਉਹਦਾ ਨਾਸ਼ ਕਰੇਗਾ। ਅੱਜ ਵੀ ਤੁਸੀਂ ਯਾਦ ਰੱਖੋ, ਤੁਸੀਂ ਆਪਣੇ ਗੁਨਾਹ ਤੋਂ ਤੋਬਾ ਕਰਕੇ, ਤੁਸੀਂ ਪਾਪਾਂ ਦੀ ਮਾਫੀ ਦੇ ਵਾਸਤੇ ਬਪਤਿਸਮਾ ਲੈ ਕੇ, ਤੁਸੀਂ ਪਵਿੱਤਰ ਆਤਮਾ ਪਾ ਕੇ ਗੁਨਾਹ ਕਰੋਗੇ ਤੇ ਖੁਦਾ ਕਦੀ ਮਾਫ ਨਹੀਂ ਕਰੇਗਾ, ਨਾਸ਼ ਹੋਵੋਗੇ। ਨਾਸ਼ ਹੋਣ ਤੋਂ ਬਚਣ ਦੇ ਵਾਸਤੇ ਇਹ ਤੁਸੀਂ ਖੁਦਾ ਦਾ ਕਲਾਮ ਯਾਦ ਰੱਖਣਾ ਕਿ ਅਸੀਂ ਖੁਦਾ ਦੇ ਆਤਮਾ ਦੇ ਨਾਲ ਧੋਤੇ ਗਏ ਹਾਂ, ਅਸੀਂ ਖੁਦਾ ਦੇ ਆਤਮਾ ਨਾਲ ਪਵਿੱਤਰ ਕੀਤੇ ਗਏ ਹਾਂ। ਕੀ ਤੁਸੀਂ ਜਾਣਦੇ ਨਹੀਂ ਅਸੀਂ ਸਾਡੇ ਸਰੀਰ ਜਿਹੜੇ ਨੇ ਇਹ ਮਸੀਹ ਦੇ ਅੰਗ ਨੇ। ਇਹ ਖੁਦਾ ਦਾ ਕਲਾਮ ਜਿਹੜਾ ਵਾ ਇਹਨੂੰ ਤੁਸੀਂ ਹਮੇਸ਼ਾ ਯਾਦ ਰੱਖਣਾ। ਕਈ ਵਾਰੀ ਇਨਸਾਨ ਆਪਣੀ ਪਹਿਚਾਣ ਨਹੀਂ ਕਰਦਾ ਕਿ ਮੈਂ ਕੀ ਹਾਂ। ਜਦੋਂ ਅਸੀਂ ਪੁਰਾਣੇ ਜੀਵਨ ਦੇ ਵਿੱਚ ਸੀ ਉਦੋਂ ਅਸੀਂ ਸਰੀਰ ਦੀਆਂ ਕਾਮਨਾ ਦੇ ਅਨੁਸਾਰ ਚੱਲਦੇ ਸਾਂ, ਪਰ ਹੁਣ ਅਸੀਂ ਪ੍ਰਭੂ ਦੇ ਵਿੱਚ ਆ ਕੇ ਜਦੋਂ ਆਪਣਾ ਜੀਵਨ ਉਹਦੇ ਅਰਪਣ ਕਰ ਦਿੱਤਾ, ਹੁਣ ਅਸੀਂ ਪਰਮੇਸ਼ਵਰ ਦੀ ਹੈਕਲ ਬਣ ਚੁੱਕੇ ਹਾਂ। ਇਸ ਵਾਸਤੇ ਲਿਖਿਆ ਕੀ ਤੁਸੀਂ ਜਾਣਦੇ ਨਹੀਂ ਤੁਹਾਡੇ ਸਰੀਰ ਮਸੀਹ ਦੇ ਅੰਗ ਨੇ? ਕੀ ਤੁਸੀਂ ਜਾਣਦੇ ਨਹੀਂ ਤੁਹਾਡੀ ਦੇਹ ਪਵਿੱਤਰ ਆਤਮਾ ਦੀ ਹੈਕਲ ਆ? ਕੀ ਤੁਸੀਂ ਜਾਣਦੇ ਨਹੀਂ ਇਹ ਹੈਕਲ ਤੁਹਾਨੂੰ ਪਰਮੇਸ਼ਰ ਵੱਲੋਂ ਮਿਲੀ ਹੈ? ਕੀ ਤੁਸੀਂ ਜਾਣਦੇ ਨਹੀਂ ਕਿ ਤੁਸੀਂ ਪਰਮੇਸ਼ਰ ਦੀ ਹੈਕਲ ਹੋ? ਕੀ ਤੁਸੀਂ ਜਾਣਦੇ ਨਹੀਂ ਕਿ ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਵਾ? ਜੇ ਤੁਸੀਂ ਜਾਣਦੇ ਹੋ ਤੇ ਫਿਰ ਆਪਣੇ ਆਪ ਨੂੰ ਗੁਨਾਹ ਤੇ ਬਚਾ ਕੇ ਰੱਖੋ। ਜਿੰਨੀ ਵੀ ਪਵਿੱਤਰਤਾਈ ਦੇ ਵਿੱਚ ਰਹਿ ਕੇ ਖੁਦਾ ਦੀ ਇਬਾਦਤ ਕਰੋਗੇ ਉਨੀ ਖੁਦਾ ਜ਼ਿਆਦਾ ਆਸ਼ੀਸ਼ ਦੇਵੇਗਾ। ਜਿੰਨਾ ਵੀ ਆਪਣੇ ਆਪ ਨੂੰ ਪਵਿੱਤਰ ਰੱਖੋਗੇ ਉਨਾ ਹੀ ਖੁਦਾ ਤੁਹਾਡੇ ਨੇੜੇ ਰਹੇਗਾ, ਕਿਉਂਕਿ ਖੁਦਾ ਪਵਿੱਤਰ ਹੈ ਤੇ ਖੁਦਾ ਇਹ ਚਾਹੁੰਦਾ ਵਾ ਕਿ ਮੇਰੀ ਭਗਤੀ ਕਰਨ ਵਾਲਾ ਇਨਸਾਨ ਵੀ ਪਵਿੱਤਰਤਾਈ ਦੇ ਵਿੱਚ ਰਹਿ ਕੇ ਖੁਦਾ ਦੀ ਇਬਾਦਤ ਕਰੇ। ਖੁਦਾ ਚਾਹੁੰਦਾ ਕਿ ਮੇਰੀ ਭਗਤੀ ਕਰਨ ਵਾਲਾ ਇਨਸਾਨ ਜਿਹਦੇ ਅੰਦਰ ਮੈਂ ਆਪਣੀ ਹੈਕਲ ਬਣਾ ਚੁੱਕਾ ਵਾਂ ਉਹ ਇਸ ਗੱਲ ਦਾ ਧਿਆਨ ਰੱਖੇ ਕਿ ਮੈਂ ਪਰਮੇਸ਼ਵਰ ਦੀ ਹੈਕਲ ਹਾਂ, ਪਰਮੇਸ਼ਵਰ ਦਾ ਆਤਮਾ ਮੇਰੇ ਵਿੱਚ ਵਾਸ ਕਰਦਾ ਵਾ। ਅਗਰ ਅਸੀਂ ਸਾਰਾ ਕੁਝ ਜਾਣਦੇ ਹੋਏ ਵੀ ਇਸ ਹੈਕਲ ਦਾ ਨਾਸ਼ ਕਰਾਂਗੇ ਤੇ ਬਾਈਬਲ ਵਿੱਚ ਲਿਖਿਆ, ਪਰਮੇਸ਼ਵਰ ਨੇ ਕਿਹਾ ਜੋ ਕੋਈ ਇਸ ਹੈਕਲ ਦਾ ਨਾਸ਼ ਕਰੇਗਾ ਮੈਂ ਉਸ ਦਾ ਨਾਸ਼ ਕਰਾਂਗਾ। ਇਸ ਵਾਸਤੇ ਇਹ ਖੁਦਾ ਦੀ ਹੈਕਲ ਜਿਹੜੀ ਹੈ ਇਹਦਾ ਨਾਸ਼ ਨਹੀਂ ਕਰਨਾ। ਇਹਦਾ ਨਾਸ਼ ਗੁਨਾਹ ਕਰਦਾ ਜਦੋਂ ਅਸੀਂ ਆਪਣੀ ਮਰਜ਼ੀ ਨਾਲ ਚੱਲਦੇ ਹਾਂ, ਆਪਣੀ ਅੱਖਾਂ ਦੀਆਂ ਬਲਾਸ਼ਾਂ ਨੂੰ ਪੂਰਾ ਕਰਨੇ ਆ, ਆਪਣੇ ਮਨ ਦੀ ਬੁਰੇ ਵਿਚਾਰਾਂ ਨੂੰ ਪੂਰਾ ਕਰਨੇ ਆ। ਜਦੋਂ ਅਸੀਂ ਗੁਨਾਹ ਕਰਨੇ ਆ, ਬੁਰਾ ਦੇਖਨੇ ਆ, ਬੁਰਾ ਸੋਚਨੇ ਆ, ਬੁਰਾ ਕਰਨੇ ਆ ਤੇ ਫਿਰ ਇਹ ਹੈਕਲ ਜਿਹੜੀ ਹੈ ਇਹ ਨਾਸ਼ ਹੁੰਦੀ ਆ। ਅਗਰ ਕੋਈ ਇਸ ਹੈਕਲ ਨੂੰ ਨਾਸ਼ ਕਰੇਗਾ ਪਰਮੇਸ਼ਰ ਕਹਿੰਦਾ ਮੈਂ ਉਹਦਾ ਨਾਸ਼ ਕਰਾਂਗਾ। ਫਿਰ ਲਿਖਿਆ ਕਿਉਂ ਜੋ ਤੁਸੀਂ ਪਰਮੇਸ਼ਰ ਦੀ ਹੈਕਲ ਹੋ ਔਰ ਪਰਮੇਸ਼ਰ ਦੀ ਹੈਕਲ ਪਵਿੱਤਰ ਆ ਔਰ ਇਹ ਤੁਸੀਂ ਪਰਮੇਸ਼ਰ ਦੀ ਹੈਕਲ ਪਵਿੱਤਰ ਹੈ। ਪਰਮੇਸ਼ਰ ਦੀ ਹੈਕਲ ਦੇ ਵਿੱਚ ਕਦੀ ਈਰਖਾ ਨਹੀਂ ਰੱਖਣੀ। ਅਗਰ ਤੁਹਾਡੇ ਮਨ ਵਿੱਚ ਈਰਖਾ ਤੇ ਤੁਸੀਂ ਗੁਨਾਹ ਕਰਦੇ ਹੋ। ਅਗਰ ਤੁਸੀਂ ਕਿਸੇ ਨਾਲ ਵੈਰ ਕਰਦੇ ਹੋ ਤੇ ਫਿਰ ਤੁਸੀਂ ਪਰਮੇਸ਼ਰ ਦੀ ਹੈਕਲ ਨਹੀਂ ਹੋ। ਫਿਰ ਤੁਹਾਡੀ ਭਗਤੀ ਕੈਨ ਵਰਗੀ ਭਗਤੀ ਹੈ ਜਿਹਨੇ ਹਾਬਲ ਦੇ ਨਾਲ ਵੈਰ ਕਰਕੇ ਹਾਬਲ ਨੂੰ ਮਾਰ ਦਿੱਤਾ। ਅਗਰ ਤੁਸੀਂ ਪਰਮੇਸ਼ਰ ਦੀ ਹੈਕਲ ਹੋ, ਕਿਸੇ ਨਾਲ ਵੈਰ ਨਹੀਂ ਰੱਖਣਾ, ਕਿਸੇ ਨਾਲ ਈਰਖਾ ਨਹੀਂ ਰੱਖਣੀ, ਧੜੇਬਾਜ਼ੀਆਂ ਨਹੀਂ ਬਣਾਉਣੀਆਂ, ਫੁੱਟਾਂ ਦੇ ਬਿਰਧਾਂ ਨੂੰ ਆਪਣੇ ਵਿੱਚ ਨਹੀਂ ਰੱਖਣਾ, ਵੈਰ ਕ੍ਰੋਧ ਹਸਦ ਝਗੜੇ ਹਰਾਮਕਾਰੀਆਂ ਬੁਰੀ ਇੱਛਾ ਬੁਰੀ ਮਨ ਦੀ ਕਾਮਨਾ ਇਹ ਸਾਰੀਆਂ ਚੀਜ਼ਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਵਾ, ਕਿਉਂਕਿ ਅਸੀਂ ਪਰਮੇਸ਼ਰ ਦੀ ਹੈਕਲ ਆ। ਪਰਮੇਸ਼ਰ ਦੀ ਹੈਕਲ ਪਵਿੱਤਰ ਆ। ਇਹ ਪਰਮੇਸ਼ਰ ਦੀ ਹੈਕਲ ਤੁਸੀਂ ਹੋ ਜਿਨ੍ਹਾਂ ਨੇ ਆਪਣਾ ਜੀਵਨ ਜਿਹੜਾ ਵਾ ਇਹ ਖੁਦਾ ਦੇ ਅਰਪਣ ਕਰ ਦਿੱਤਾ। ਆ ਚੰਦ ਗੱਲਾਂ ਤੁਸੀਂ ਯਾਦ ਰੱਖਣੀਆਂ। ਪਹਿਲੀ ਗੱਲ ਯਾਦ ਰੱਖਣੀ, ਅਸੀਂ ਉਹਦੇ ਆਤਮਾ ਦੇ ਨਾਲ ਧੋਤੇ ਗਏ।
ਦੂਸਰੀ ਗੱਲ ਯਾਦ ਰੱਖਣੀ ਆ ਕਿ ਅਸੀਂ ਉਹਦੇ ਆਤਮਾ ਦੇ ਨਾਲ ਪਵਿੱਤਰ ਕੀਤੇ ਗਏ। ਤੀਸਰੀ ਗੱਲ ਯਾਦ ਰੱਖਣੀ ਆ ਕਿ ਸਾਡੇ ਸਰੀਰ ਮਸੀਹ ਦੇ ਅੰਗ ਨੇ, ਇਹਨਾਂ ਨੂੰ ਰੱਬ ਦੇ ਵਾਸਤੇ ਇਸਤੇਮਾਲ ਕਰੋ। ਆਪਣੇ ਘੁਟਨੇ ਟੇਕ ਕੇ ਦੁਆ ਕਰੋ, ਘੁਟਨਿਆਂ ਨੂੰ ਖੁਦਾ ਦੇ ਲਈ ਇਸਤੇਮਾਲ ਕਰੋ। ਆਪਣੇ ਹੱਥਾਂ ਨੂੰ ਬੁਰੇ ਕੰਮਾਂ ਲਈ ਨਹੀਂ, ਖੁਦਾ ਲਈ ਇਸਤੇਮਾਲ ਕਰੋ। ਆਪਣੇ ਪਵਿੱਤਰ ਹੱਥ ਉਠਾ ਕੇ ਤੇ ਖੁਦਾ ਦੀ ਤਾਰੀਫ ਕਰੋ। ਚੌਥੀ ਗੱਲ ਲਿਖੀ ਹੈ, ਕੀ ਤੁਸੀਂ ਜਾਣਦੇ ਨਹੀਂ ਤੁਸੀਂ ਪਵਿੱਤਰ ਆਤਮਾ ਦੀ ਹੈਕਲ ਹੈ। ਪੰਜਵੀਂ ਗੱਲ ਲਿਖੀ ਹੈ, ਕੀ ਤੁਸੀਂ ਜਾਣਦੇ ਨਹੀਂ ਕਿ ਤੁਹਾਨੂੰ ਇਹ ਹੈਕਲ ਪਰਮੇਸ਼ਰ ਵੱਲੋਂ ਮਿਲੀ ਹੈ। ਛੇਵੀਂ ਗੱਲ ਲਿਖੀ ਹੈ, ਕੀ ਤੁਸੀਂ ਜਾਣਦੇ ਨਹੀਂ ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਵਾ। ਇਸ ਵਾਸਤੇ ਇਹ ਖੁਦਾ ਦੇ ਕਲਾਮ ਨੂੰ ਯਾਦ ਰੱਖਣਾ। ਸੱਤਵੀਂ ਗੱਲ ਲਿਖੀ ਹੈ, ਜੇ ਕੋਈ ਪਰਮੇਸ਼ਰ ਦਾ ਹੈਕਲ ਦਾ ਨਾਸ਼ ਕਰੇਗਾ, ਖੁਦਾ ਉਹਦਾ ਨਾਸ਼ ਕਰੇਗਾ। ਔਰ ਅੱਠਵੀਂ ਗੱਲ ਜੋ ਅਸੀਂ ਖੁਦਾ ਦੇ ਕਲਾਮ 'ਚੋਂ ਪੜ੍ਹੀ ਹੈ, ਉਹ ਲਿਖਿਆ, ਕਿਉਂ ਜੋ ਪਰਮੇਸ਼ਰ ਦੀ ਹੈਕਲ ਪਵਿੱਤਰ ਆ ਔਰ ਉਹ ਹੈਕਲ ਤੁਸੀਂ ਹੋ। ਇਸ ਵਾਸਤੇ ਆਪਣੇ ਆਪ ਨੂੰ ਬੜੇ ਅੱਛੇ ਤਰੀਕੇ ਦੇ ਨਾਲ ਚਲਾਉਣਾ, ਇਹਦੀ ਜਾਂਚ ਕਰਨੀ ਆ, ਕਦੀ ਗੁਨਾਹ ਨਹੀਂ ਕਰਨਾ। ਕਿਉਂਕਿ ਜਦੋਂ ਵੀ ਹਰਾਮਕਾਰੀ ਵੱਧਦੀ ਰਹੀ, ਭਾਵੇਂ ਨੂਹ ਦਾ ਜ਼ਮਾਨਾ ਹੋਵੇ, ਭਾਵੇਂ ਨੀਨਵਾ ਦਾ ਵਕਤ ਹੋਵੇ, ਭਾਵੇਂ ਸਦੂਮ ਤੇ ਅਮੂਰਾ ਦਾ ਵਕਤ ਹੋਵੇ, ਭਾਵੇਂ ਕਿਸੇ ਦੇਸ਼ ਵਿੱਚ ਕਾਲ ਆਇਆ ਹੋਵੇ, ਭਾਵੇਂ ਕਿਸੇ ਦੇਸ਼ ਵਿੱਚ ਵਬਾ ਆਈ ਹੋਵੇ, ਜਿਉਂ ਵੀ ਗੁਨਾਹ ਵੱਧਦਾ ਵਾ ਤਿਉਂ ਫਿਰ ਮੁਸੀਬਤਾਂ ਆਉਂਦੀਆਂ ਨੇ, ਖੁਦਾ ਦੀ ਸਜ਼ਾ ਆਉਂਦੀ ਹੈ। ਇਸ ਵਾਸਤੇ ਤੁਸੀਂ ਸਭਨਾਂ ਨੇ ਯਾਦ ਰੱਖਣਾ, ਅਸੀਂ ਪਰਮੇਸ਼ਰ ਦੀ ਹੈਕਲ ਹੈ। ਖੁਦਾ ਸਾਡੇ ਨਾਲ ਪਿਆਰ ਕਰਦਾ, ਖੁਦਾ ਚਾਹੁੰਦਾ ਅਸੀਂ ਆਪਣੇ ਆਪ ਨੂੰ ਪਵਿੱਤਰ ਕਰੀਏ। ਇਹ ਕਦੀ ਸੋਚਣਾ ਵੀ ਨਹੀਂ ਕਿ ਇਨਸਾਨ ਪਵਿੱਤਰ ਨਹੀਂ ਹੋ ਸਕਦਾ। ਕੀ ਖੁਦਾ ਇਨਸਾਨ ਨੂੰ ਪਵਿੱਤਰ ਨਹੀਂ ਕਰ ਸਕਦਾ? ਬੜੇ ਲੋਕਾਂ ਦੇ ਬਾਰੇ ਅਸੀਂ ਖੁਦਾ ਦਾ ਵਚਨ ਸਿੱਖਦੇ ਆ ਰਹੇ ਹਾਂ। ਹਨੂਕ ਨੂੰ 300 ਸਾਲ ਖੁਦਾ ਦੇ ਨਾਲ ਚੱਲਦਾ ਰਿਹਾ। ਉਹਨੇ ਆਪਣੇ ਪਰਮੇਸ਼ਰ ਦੇ ਵਾਸਤੇ ਆਪਣੇ ਆਪ ਨੂੰ ਪਰਮੇਸ਼ਰ ਦੀ ਹੈਕਲ ਬਣਾ ਕੇ ਪਵਿੱਤਰ ਰੱਖਿਆ। ਨੂਹ ਦੇ ਬਾਰੇ ਲਿਖਿਆ ਗਿਆ ਕਿ ਉਹ ਇੱਕ ਧਰਮੀ ਇਨਸਾਨ ਸੀ, ਖੁਦਾ ਦੇ ਨਾਲ ਚੱਲਦਾ ਸੀ, ਜਿਹਨੂੰ ਖੁਦਾ ਨੇ ਇਸੇ ਪਾਪੀ ਸੰਸਾਰ ਦੇ ਵਿੱਚ, ਪਾਪੀ ਲੋਕਾਂ ਦੇ ਵਿੱਚ, ਬੁਰੇ ਲੋਕਾਂ ਦੇ ਵਿੱਚ ਪਵਿੱਤਰ ਰੱਖਿਆ। ਏਲੀਆ, ਅਲੀਸ਼ਾ ਜੈਸੇ ਸੰਤ, ਨਵੇਂ ਨੇਮ ਦੇ ਰਸੂਲ, ਜਿਨ੍ਹਾਂ ਨੂੰ ਖੁਦਾ ਨੇ ਪਵਿੱਤਰ ਰੱਖਿਆ, ਜਿਨ੍ਹਾਂ ਨੂੰ ਖੁਦਾ ਨੇ ਬਚਾ ਕੇ ਰੱਖਿਆ। ਔਰ ਨਵੇਂ ਨੇਮ ਦੇ ਵਿੱਚ ਜਦੋਂ ਤੁਸੀਂ ਕਲੀਸਿਆ ਦੇ ਬਾਰੇ ਪੜ੍ਹਦੇ ਹੋ ਕਿ ਕਲੀਸਿਆ ਦੇ ਲੋਕ ਜਿਹੜੇ ਸਨ ਉਹ ਵੀ ਪਵਿੱਤਰ ਆਤਮਾ ਦੀ ਹੈਕਲ ਸੀ, ਰਾਤ ਦਿਨ ਖੁਦਾ ਦੀ ਮਰਜ਼ੀ ਨੂੰ ਪੂਰਾ ਕਰਦੇ ਸੀ, ਖੁਦਾ ਦੀ ਇਬਾਦਤ ਕਰਦੇ ਸਨ। ਇਹ ਕਦੀ ਸੋਚਣਾ ਨਹੀਂ ਕਿ ਅਸੀਂ ਪਵਿੱਤਰ ਨਹੀਂ ਬਣ ਸਕਦੇ। ਸਾਨੂੰ ਪਵਿੱਤਰ ਬਣਾਉਣ ਵਾਸਤੇ ਖੁਦਾ ਨੇ ਆਪਣਾ ਆਤਮਾ ਦਿੱਤਾ, ਤਾਂ ਕਿ ਖੁਦਾ ਦਾ ਆਤਮਾ ਜਿਹੜਾ ਵਾ ਉਹ ਸਾਡੇ ਵਿੱਚ ਰਵੇ, ਖੁਦਾ ਦੀ ਹੈਕਲ ਹੋਈਏ। ਔਰ ਖੁਦਾ ਨੇ ਸਾਨੂੰ ਪਵਿੱਤਰ ਕੀਤਾ ਵਾ, ਅਸੀਂ ਪਵਿੱਤਰਤਾਈ ਵਿੱਚ ਰਹਿ ਕੇ ਖੁਦਾ ਦੀ ਮਰਜ਼ੀ ਨੂੰ ਪੂਰਾ ਕਰੀਏ। ਸਾਰੀ ਮਲੀਨਤਾਈ ਨੂੰ, ਹਰ ਤਰ੍ਹਾਂ ਦੇ ਗੁਨਾਹ ਨੂੰ, ਹਰ ਤਰ੍ਹਾਂ ਦੀ ਮੈਲ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਦੂਰ ਕਰੀਏ। ਅਸੀਂ ਖੁਦਾ ਦੇ ਵਚਨ ਨੂੰ ਯਾਦ ਰੱਖਣਾ। ਸੋ ਹੇ ਪਿਆਰਿਓ, ਜਦੋਂ ਤੁਹਾਨੂੰ ਵਚਨ ਦਿੱਤੇ ਹੋਏ ਨੇ, ਆਓ ਅਸੀਂ ਸਰੀਰ ਅਤੇ ਆਤਮਾ ਦੀ ਸਾਰੀ ਮਲੀਨਤਾਈ ਤੋਂ ਸ਼ੁੱਧ ਹੋ ਕੇ ਪਰਮੇਸ਼ਰ ਦੇ ਡਰ ਵਿੱਚ ਰਹਿ ਕੇ ਪਵਿੱਤਰਤਾਈ ਵਿੱਚ ਪੂਰੇ ਬਣੀਏ। ਦੁਆ ਕਰਾਂ। ਪਿਆਰੇ ਬਾਪ ਸਮਾਨੀ, ਤੇਰੀ ਤਾਰੀਫ, ਤੇਰਾ ਸ਼ੁਕਰ ਕਰਨੇ। ਆਏ ਖੁਦਾ, ਤੂੰ ਹਰ ਵਿਸ਼ਵਾਸੀ ਨੂੰ, ਹਰ ਸੰਤ ਨੂੰ ਆਪਣੀ ਹੈਕਲ ਬਣਾਉਣਾ ਔਰ ਤੂੰ ਉਹਦੇ ਵਿੱਚ ਵਾਸ ਕਰਨਾ ਹੈ। ਹੈਕਲ ਪਰਮੇਸ਼ਰ ਸਾਨੂੰ ਤੇਰੇ ਵੱਲੋਂ ਮਿਲੀ ਆਏ ਖੁਦਾ, ਤੇਰਾ ਸ਼ੁਕਰ ਹੋਵੇ। ਅਸੀਂ ਆਪਣੇ ਮਨ ਦੀ ਮਰਜ਼ੀ ਨੂੰ ਪੂਰਾ ਕਰਕੇ, ਅੱਖਾਂ ਦੀਆਂ ਕਾਮਨਾ ਨੂੰ ਪੂਰਾ ਕਰਕੇ ਇਸ ਹੈਕਲ ਦਾ ਨਾਸ਼ ਨਾ ਕਰੀਏ। ਖੁਦਾ, ਤੂੰ ਆਪਣੀ ਕਿਰਪਾ ਕਰੀ ਔਰ ਸਾਰੀ ਮਲੀਨਤਾਈ ਨੂੰ ਸਾਡੇ ਵਿੱਚੋਂ ਦੂਰ ਕਰੀ। ਆਏ ਖੁਦਾ, ਅਸੀਂ ਹਮੇਸ਼ਾ ਹੀ ਤੇਰੇ ਕੋਲੋਂ ਡਰਦੇ ਤੇ ਕੰਬਦੇ ਰਹੀਏ ਔਰ ਪਵਿੱਤਰਤਾਈ 'ਚ ਪੂਰੇ ਬਣੀਏ। ਖੁਦਾ, ਤੂੰ ਬਰਕਤ ਦੇਵੀਂ। ਜਿਹਨੇ ਤੇਰੇ ਕਲਾਮ ਨੂੰ ਸੁਣ ਰਹੇ ਨੇ, ਸਭਨਾਂ ਨੂੰ ਖੁਦਾ ਤੂੰ ਬਰਕਤ ਦੇਵੀਂ। ਅਗਰ ਸੁਣਨ ਵਾਲਿਆਂ 'ਚ ਕੋਈ ਬਿਮਾਰ ਹੋਵੇ ਤੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਉਹਦੀ ਬਿਮਾਰੀ ਦੂਰ ਹੋਵੇ, ਉਹਨੂੰ ਸ਼ਿਫਾ ਮਿਲੇ ਪ੍ਰਭੂ ਯਿਸੂ ਦੇ ਨਾਮ 'ਚ। ਆਮੀਨ। ਸਭਨਾਂ ਨੂੰ ਜੈ ਮਸੀਹ ਦੀ। ਖੁਦਾ ਸਭਨਾਂ ਨੂੰ ਬੜੀ ਬਰਕਤ ਦੇਵੇ ਔਰ ਤੁਸੀਂ ਹਮੇਸ਼ਾ ਹੀ ਸਾਡੇ ਵਾਸਤੇ ਦੁਆ ਕਰਦੇ ਰਹਿਣਾ। ਅਸੀਂ ਵੀ ਤੁਹਾਡੇ ਵਾਸਤੇ ਦੁਆ ਕਰਦੇ ਰਹਿੰਦੇ ਹਾਂ ਔਰ ਹਮੇਸ਼ਾ ਹੀ ਤੁਹਾਨੂੰ ਯਾਦ ਰੱਖਦੇ ਹਾਂ। ਖੁਦਾ ਬਰਕਤ ਦੇਵੇ।